तो साध संगत जी एक बड़ा अहम सवाल साढ़े कोल आया कि आम तौर ते 4 पदार्थां दी गल है, धर्म अर्थ काम मोक्ष। ते सवालकर्ता ने पुछया भी 4 पदार्थ आपां अरदास करके अरदास च मंगने चाहीदे हन कि नहीं। तो बेनती है वीर प्रभ कीर्तन सिंह जी नूं, ਉਹ ਇਹਦਾ ਉੱਤਰ ਦੇਣਗੇ। ਮੈਂ ਸਾਧ ਸੰਗਤ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਨੈਟ 'ਚ ਥੋੜ੍ਹੀ ਜਿਹੀ ਪ੍ਰੋਬਲਮ ਹੋਣ ਕਰਕੇ ਸ਼ਾਇਦ ਉਹ ਆਪਣੀ ਜਿਹੜੀ ਪਿਕਚਰ ਹੈ ਉਹ ਨਾ ਸ਼ਾਇਦ ਕਰ ਸਕਣ ਤੇ ਉੱਤਰ ਹੀ ਦੇਣਗੇ। ਤੋ ਪਰ ਉਹਨਾਂ ਨੂੰ ਬੇਨਤੀ ਹੈ ਵੀ ਕੋਈ ਗੱਲ ਨਹੀਂ, ਤੁਸੀਂ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਦੱਸੋ ਕਿ 4 ਪਦਾਰਥ ਜਿਹੜੇ ਨੇ ਇਹ ਕੀ ਨੇ ਤੇ ਅਰਦਾਸ ਵਿੱਚ ਆਪਾਂ ਇਹਦੀ ਮੰਗ ਕਰ ਸਕਦੇ ਹਾਂ ਨਹੀਂ ਕਰ ਸਕਦੇ, ਜੋ ਸਾਨੂੰ ਸਵਾਲਕਰਤਾ ਪੁੱਛ ਰਹੇ ਨੇ ਵੀਰ ਪ੍ਰਭ ਕੀਰਤਨ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਸਵਾਲ ਹੈ ਇਹ ਚੁੱਕੇ ਇੱਕ ਸਾਡੇ ਵਾਸਤੇ ਬੜੀ ਦੁਬਿਧਾ ਦਾ ਕਾਰਨ ਬਣ ਜਾਂਦਾ ਹੈ, ਕਿਉਂਕਿ ਜਦੋਂ ਅਸੀਂ ਇਹਦੇ ਬਾਰੇ ਬਾਰ-ਬਾਰ ਪ੍ਰਚਾਰਕ ਜਿਹੜੇ ਸਾਡੇ ਹਨ ਉਹ ਜ਼ਿਕਰ ਕਰਦੇ ਹਨ। ਤੋ ਸਤਿਗੁਰੂ ਜੀ ਦਾ ਜੋ ਪ੍ਰਚਾਰ ਦਾ ਢੰਗ ਸੀ, ਭਾਵ ਆਪਣੀ ਗੱਲ ਦੂਜੇ ਤੱਕ ਪਹੁੰਚਾਉਣ ਦਾ ਜੋ ਢੰਗ ਸੀ, ਉਹਦਾ ਇੱਕ ਵਿਲੱਖਣ ਅੰਗ ਇਹ ਸੀ ਕਿ ਆਪਦੀ ਭਾਸ਼ਾ ਜਿਹੜੀ ਸੀ ਉਹ ਸਰੋਤੇ ਦੀ ਭਾਸ਼ਾ ਦੇ ਮੁਤਾਬਕ ਹੁੰਦੀ ਸੀ। ਉਹਦੀ ਸੋਚ, ਉਹਦੀ ਵਿਚਾਰਧਾਰਾ ਤੇ ਉਹਦੀ ਜੋ ਅਸੀਂ ਕਹੀਏ ਵੀ ਜੋ ਉਹਦੀ ਸ਼ਬਦਾਵਲੀ ਹੈ ਉਹਦੇ ਮੁਤਾਬਕ ਆਪ ਜੀ ਨੇ ਆਪਣੀ ਭਾਸ਼ਾ ਢਾਲੀ ਹੁੰਦੀ ਸੀ, ਕਿਉਂਕਿ ਪ੍ਰਚਾਰ ਦਾ ਮੰਤਵ ਹੀ ਇਹ ਹੈ ਕਿ ਆਪਣੇ ਵਿਚਾਰ ਸਰੋਤੇ ਦੇ ਮਨ ਤੱਕ, ਉਹਦੇ ਮਸਤਿਸ਼ਕ ਤੱਕ, ਭਾਵ ਉਹਦੇ ਦਿਮਾਗ ਤੱਕ ਅਸੀਂ ਪਹੁੰਚਾਉਣਾ ਹੁੰਦਾ ਹੈ ਤਾਂ ਕਿ ਉਹਨੂੰ ਸਮਝ ਲੱਗ ਜਾਏ। ਸੋ ਜਦੋਂ ਸਤਿਗੁਰੂ ਜੀ ਕਿਸੇ ਸਨਾਤਨ ਧਾਰਮਿਕ ਵਿਅਕਤੀ ਨਾਲ ਗੱਲ ਕਰਦੇ ਸਨ ਤਾਂ ਆਪ ਦੀ ਭਾਸ਼ਾ ਦੇ ਵਿੱਚ ਸਨਾਤਨੀ ਵਿਚਾਰਾਂ ਦੀ ਸ਼ਬਦਾਵਲੀ ਪ੍ਰਧਾਨ ਹੁੰਦੀ ਸੀ। ਤੋ ਇਸੇ ਲੜੀ ਵਿੱਚ ਅਸੀਂ 4 ਪਦਾਰਥ ਜੋ ਸਵਾਲ ਦਾ ਵਿਸ਼ਾ ਹੈ ਉਸੇ ਨੂੰ ਵੀ ਲੈ ਸਕਦੇ ਹਾਂ। ਹੋਰ ਅਨੇਕਾਂ ਸ਼ਬਦ ਸਤਿਗੁਰੂ ਜੀ ਨੇ ਵਰਤੇ ਹਨ, 9 ਨਿਧੀਆਂ, 18 ਸਿੱਧੀਆਂ, ਇਸੇ ਤਰ੍ਹਾਂ ਹੀ ਚਿੱਤਰਗੁਪਤ, ਧਰਮਰਾਜ, ਯਮ, ਅਨੇਕਾਂ ਵਿਅਕਤੀਆਂ ਦੇ ਨਾਮ ਹਨ ਜਿਹੜੇ ਭਗਤ ਮੰਨੇ ਗਏ ਹਨ ਤੇ ਹੋਰ ਮਹਾਨ ਵਿਅਕਤੀ ਸਨਾਤਨ ਮਤ ਦੇ ਵਿੱਚ ਮੰਨੇ ਜਾਂਦੇ ਹਨ। ਰਿਸ਼ੀਆਂ, ਮੁਨੀਆਂ, ਦੇਵਤਿਆਂ ਦੇ ਨਾਮ ਵੀ ਆਉਂਦੇ ਆ। ਤਾਂ ਇਹ ਜੋ ਇਸ ਕਿਸਮ ਦੀ ਸ਼ਬਦਾਵਲੀ ਜਦੋਂ ਸਤਿਗੁਰੂ ਜੀ ਨੇ ਵਰਤੀ ਹੈ ਤਾਂ ਉਹਨੂੰ ਇੰਟਰਪ੍ਰੇਟ ਕਰਨ ਲਈ ਸਾਨੂੰ ਲਿਟਰਲੀ ਇਹੀ ਅਰਥ ਸਮਝ ਲਵਾਂਗੇ ਕਿ ਇਹਦੇ ਅਰਥ ਬਿਲਕੁਲ ਉਹੀ ਹਨ ਜੋ ਸਨਾਤਨ ਮਤ ਦੀ ਵਿਚਾਰਧਾਰਾ ਦੇ ਸਨ, ਤਾਂ ਫਿਰ ਅਸੀਂ ਦੁਬਿਧਾ ਦੇ ਵਿੱਚ ਪੈ ਜਾਵਾਂਗੇ, ਉਲਝ ਜਾਵਾਂਗੇ। ਪਰ ਜੇ ਅਸੀਂ ਇਹਨਾਂ ਨੂੰ ਇੱਕ ਐਸੀ ਸ਼ਬਦਾਵਲੀ ਮੰਨ ਕੇ ਚੱਲਾਂਗੇ ਜਿਹਦੇ ਵਿੱਚ ਵਿਚਾਰ ਜਿਹੜੇ ਹਨ ਗੁਰਮਤਿ ਵਿਚਾਰਧਾਰਾ ਨੂੰ ਹੀ ਪ੍ਰਗਟ ਕਰਨ ਦੇ ਲਈ ਸਤਿਗੁਰੂ ਜੀ ਨੇ ਸ਼ਬਦ ਵਰਤੇ ਮੰਨਾਂਗੇ, ਤਾਂ ਫਿਰ ਅਸੀਂ ਉਸ ਨਜ਼ਰੀਏ ਨਾਲ ਸਮਝਾਂਗੇ ਤੇ ਫਿਰ ਅਸੀਂ ਉਲਝਣ ਦੇ ਵਿੱਚ ਨਹੀਂ ਪਵਾਂਗੇ। ਫਿਰ ਸਗੋਂ ਅਸੀਂ ਜੋ ਤੱਤ ਹੈ, ਜੋ ਗੁਰਮਤਿ ਦੀ ਵਿਚਾਰਧਾਰਾ ਹੈ, ਉੱਥੇ ਤੱਕ ਪਹੁੰਚਣ ਦੇ ਵਿੱਚ ਸਫਲ ਹੋ ਜਾਵਾਂਗੇ। ਤੇ ਇਹ ਜੋ ਪ੍ਰਸ਼ਨ ਪੈਦਾ ਹੋਇਆ ਹੈ ਇਹਦਾ ਅਸਲ ਕਾਰਨ ਇਹ ਹੈ ਕਿ ਅੱਜ ਬਹੁਤ ਸਾਰੇ ਸਾਡੇ ਪ੍ਰੋਫੈਸ਼ਨਲ ਜਿਹੜੇ ਪ੍ਰਚਾਰਕ ਹਨ ਉਹ ਸਾਨੂੰ ਇਸ ਸ਼ਬਦਾਵਲੀ ਵਿੱਚ ਹੀ ਉਲਝਾ ਕੇ ਆਪਣੇ ਅੱਧੇ ਅਧੂਰੇ ਗਿਆਨ ਦੀਆਂ ਉਲਝਣਾਂ ਵਿੱਚ ਫਸਾ ਕੇ ਹੀ ਰੱਖ ਦਿੰਦੇ ਹਨ। ਉਹਨਾਂ ਨੇ ਆਪਣਾ ਗਿਆਨ ਦਰਅਸਲ ਦੇ ਵਿੱਚ ਸਾਡੇ ਸਾਹਮਣੇ ਰੱਖਣਾ ਹੁੰਦਾ ਹੈ ਕਿ ਮੈਨੂੰ ਫਲਾਣੇ ਵਿਚਾਰਧਾਰਾ ਦੇ ਫਲਾਣੇ ਕਨਸੈਪਟ ਦਾ ਵੀ ਗਿਆਨ ਹੈ, ਤੇ ਸਾਨੂੰ ਉਹਦੇ 'ਚ ਹੀ ਫਸਾ ਕੇ ਰੱਖ ਦਿੰਦੇ ਹਨ ਤੇ ਇਹੀ ਇੱਕ ਸਾਡੇ ਵਾਸਤੇ ਘੁੰਮਣ ਘੇਰੀ ਬਣ ਜਾਂਦੀ ਹੈ। ਹੁਣ 4 ਪਦਾਰਥ ਹੈ ਕਿ ਸਨਾਤਨ ਮਤ ਦੇ ਵਿੱਚ ਅਸੀਂ ਉਸ ਚੀਜ਼ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਜੀਵਨ ਦੇ 4 ਪੁਰਸ਼ਾਰਥ ਮੰਨੇ ਹਨ। ਪੁਰਸ਼ਾਰਥ ਦਾ ਅਸੀਂ ਅਰਥ ਇਉਂ ਸਮਝ ਸਕਦੇ ਹਾਂ ਕਿ ਜਿਹੜੇ ਉਹਨਾਂ ਨੇ ਇੱਕ ਵੈਲਿਡ ਪ੍ਰਵਾਨਿਤ ਜਿਹੜੇ ਟੀਚੇ ਮੰਨੇ ਹਨ, ਜਿਹੜੇ ਇੱਕ ਮਨੁੱਖ ਨੇ ਇਸ ਜੀਵਨ ਦੇ ਵਿੱਚ ਪਰਸਿਊ ਕਰਨੇ ਹੁੰਦੇ ਹਨ, ਉਹਨਾਂ ਨੂੰ ਉਹਨਾਂ ਨੇ 4 ਪੁਰਸ਼ਾਰਥ ਕਿਹਾ ਹੈ। ਤੋ ਪੁਰਸ਼ਾਰਥ ਦਾ ਅਰਥ ਹੀ ਇਹ ਹੈ ਕਿ ਪੁਰਸ਼ ਤੋਂ ਭਾਵ ਅਗਰ ਅਸੀਂ ਮਨੁੱਖ ਲਈਏ, ਮਨੁੱਖ ਦੀ ਆਤਮਾ ਲਈਏ, ਤੇ ਉਹਦਾ ਅਰਥ ਭਾਵ ਉਹਦਾ ਟੀਚਾ ਕੀ ਹੈ। ਤੋ ਉਹ ਹਨ ਧਰਮ, ਅਰਥ, ਕਾਮ ਤੇ ਮੋਕਸ਼। ਉਹਨਾਂ ਦੇ ਮਤ ਦੇ ਵਿੱਚ ਧਰਮ ਦਾ ਅਰਥ ਹੈ ਕਿ ਜੀਵਨ ਦਾ ਸਹੀ ਰਸਤਾ, ਜੀਵਨ ਜਿਉਣ ਦਾ ਸਹੀ ਢੰਗ ਕੀ ਹੈ, ਉਹਦੀਆਂ ਸਹੀ ਵੈਲਿਊਜ਼ ਕੀ ਹਨ, ਜੀਵਨ ਜਾਚ, ਸਦਾਚਾਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਊਟੀਜ਼ ਹਨ ਉਹ ਧਰਮ ਦੇ ਵਿੱਚ ਉਹ ਗਿਣਦੇ ਹਨ। ਤੇ ਅਰਥ ਦਾ ਅਸੀਂ ਜਿਵੇਂ ਜਾਣਦੇ ਹਾਂ ਕਿ ਅਰਥ ਦਾ ਅਸੀਂ ਇਕਨੋਮੀ ਦੇ ਨਾਲ, ਇਕਨੋਮਿਕਸ ਦੇ ਨਾਲ ਅਸੀਂ ਕੰਸਰਨ ਰੱਖਦੇ ਹਾਂ। ਜਿਹੜੇ ਇਕਨੋਮਿਸਟ ਹੁੰਦੇ ਹਨ ਉਹਨਾਂ ਨੂੰ ਅਸੀਂ ਅਰਥ ਸ਼ਾਸਤਰੀ ਕਹਿ ਕੇ ਤੇ ਗੱਲ ਕਰਦੇ ਹਾਂ। ਇਸੇ ਤਰ੍ਹਾਂ ਹੀ ਕਾਮ ਦਾ ਅਰਥ ਇੱਥੇ ਹੈ ਜੋ ਕਾਮਨਾਵਾਂ ਦਾ ਅਰਥ ਹੈ, ਜੋ ਕਾਮਨਾਵਾਂ ਦੀ ਪੂਰਤੀ ਅਸੀਂ ਕਰਨੀ ਹੁੰਦੀ ਹੈ।
ਪਰ ਮੁੱਖ ਤੌਰ ਤੇ ਇੱਥੇ ਕਾਮਨਾ ਦਾ ਅਰਥ ਉਹ ਹੈ ਜੋ ਸਾਨੂੰ ਆਨੰਦ ਦੇਣ ਵਾਲੀਆਂ, ਮਾਨਸਿਕ ਸੁੱਖ ਦੇਣ ਵਾਲੀਆਂ ਇੱਛਾਵਾਂ ਨੇ, ਉਹ ਇੱਥੇ ਕਾਮ ਦਾ ਅਰਥ ਹੈ। ਤੋ ਇੱਥੇ ਥੋੜਾ ਜਿਹਾ ਸਾਨੂੰ ਫਰਕ ਕਰਨਾ ਪਏਗਾ। ਜਿਹੜੇ 5 ਵਿਕਾਰ ਮੰਨੇ ਗਏ ਹਨ ਉਹਦੇ ਵਿੱਚ ਜਿਹੜਾ ਕਾਮ ਆਉਂਦਾ ਹੈ ਉੱਥੇ ਤੱਕ ਸੀਮਿਤ ਨਹੀਂ ਹੈ, ਇਹ ਥੋੜਾ ਵਿਸ਼ਾਲ ਅਰਥ ਵਿੱਚੋਂ ਲੈਂਦੇ ਹਨ। ਤੇ ਮੋਕਸ਼ ਦਾ ਅਰਥ ਹੈ ਮੁਕਤੀ, ਜਿਹੜਾ ਕਿ ਉਹ ਮੰਨਦੇ ਹਨ ਕਿ ਇਸ ਜੀਵਨ ਤੋਂ ਬਾਅਦ ਜੋ ਮੁਕਤੀ ਮਿਲਦੀ ਹੈ, ਜੋ ਇਸ ਰੂਹ ਨੂੰ ਅੰਤਮ ਸਥਾਨ, ਜਿਹੜਾ ਅੰਤਮ ਟੀਚਾ ਮਿਲਦਾ ਹੈ, ਤੋ ਇਹਦਾ ਸੰਬੰਧ ਆਤਮਿਕ ਜੀਵਨ ਨਾਲ ਉਹ ਮੰਨਦੇ ਹਨ। ਤੋ ਇਹ ਉਹਨਾਂ ਦੇ ਮਤ ਦਾ ਵਿਚਾਰ ਹੈ। ਤੋ ਇਹ ਆਇਆ ਕਿੱਥੋਂ? ਵੇਦਾਂ ਦੇ ਵਿੱਚ ਕੇਵਲ 3 ਪੁਰਸ਼ਾਰਥਾਂ ਦਾ ਜ਼ਿਕਰ ਹੈ, ਧਰਮ, ਅਰਥ ਤੇ ਕਾਮ ਦਾ। ਤੋ ਚੌਥਾ ਪੁਰਸ਼ਾਰਥ ਜਿਹੜਾ ਹੈ, ਉਹ ਮੋਕਸ਼ ਜਿਹੜਾ ਹੈ, ਉਹ ਉਪਨਿਸ਼ਦ ਕਾਲ ਦੀ ਦੇਣ ਹੈ। ਵੇਦਾਂ ਵਿੱਚ ਇਹਦਾ ਜ਼ਿਕਰ ਨਹੀਂ ਮਿਲਦਾ। ਤੋ ਵਿਦਵਾਨਾਂ ਦੇ ਵਿੱਚ ਇਹ ਵਿਚਾਰ ਵੀ ਮੌਜੂਦ ਹੈ ਕਿ ਇਹ ਪੁਰਸ਼ਾਰਥ ਜੋ ਉਹਨਾਂ ਨੇ ਨਿਯਤ ਕੀਤਾ ਚੌਥਾ, ਇਹ ਉਹਨਾਂ ਮਤਾਂ ਦੇ ਪ੍ਰਭਾਵ ਹੇਠ ਨਿਯਤ ਕੀਤਾ ਗਿਆ ਜਿਹੜੇ ਕਿ ਆਰੀਆਂ ਦੀ ਭਾਰਤ ਵਿਜੈ ਤੋਂ ਪਹਿਲਾਂ ਇੱਥੇ ਪ੍ਰਚਲਿਤ ਸਨ। ਉਹਨਾਂ ਮਤਾਂ ਵਿੱਚੋਂ ਅੱਜ ਕੇਵਲ ਇੱਕ ਹੀ ਮਤ ਜ਼ਿੰਦਾ ਹੈ, ਬਾਕੀ ਤਾਂ ਸਭ ਆਰੀਆਂ ਨੇ ਇੱਕ ਕਿਸਮ ਨਾਲ ਕਹਿ ਲਈ ਹੈ ਕਿ ਉਹ ਜਜ਼ਬ ਕਰ ਲਏ ਤੇ ਖਤਮ ਹੋ ਗਏ। ਉਹ ਮਤ ਹੈ ਜੈਨ ਮਤ। ਤੋ ਅਸੀਂ ਜਿਵੇਂ ਸਾਰੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਇਹਨਾਂ ਦੇ ਨਾਮ ਤੋਂ ਹੀ, ਧਰਮ, ਅਰਥ, ਕਾਮ, ਮੋਖ, ਇਹਨਾਂ ਦੇ ਵਿੱਚ ਇੱਕ ਟੈਂਸ਼ਨ ਹੈ, ਆਪਸੀ ਟਕਰਾਅ ਮੌਜੂਦ ਹੈ ਇਹਨਾਂ ਸਾਰੇ ਚਾਰਾਂ ਪੱਖਾਂ ਦੇ ਵਿੱਚ। ਤੋ ਇਸ ਕਰਕੇ ਇਹਦੇ ਵਿੱਚ ਫਿਰ ਹਾਇਰਾਰਕੀ ਵੀ ਉਹਨਾਂ ਨੂੰ ਬਣਾਉਣੀ ਪਈ, ਧਰਮ ਨੂੰ ਉੱਪਰ ਰੱਖਣਾ ਪਿਆ ਕਾਮ ਤੇ ਅਰਥ ਤੋਂ, ਤੇ ਫਿਰ ਜਦੋਂ ਮੋਕਸ਼ ਦਾ ਵਿਚਾਰ ਆ ਗਿਆ ਤੇ ਉਹਨੂੰ ਸਭ ਤੋਂ ਉੱਪਰ ਰੱਖਿਆ ਗਿਆ। ਔਰ ਸਤਿਗੁਰੂ ਜੀ ਨੇ ਇੱਕ ਬੜੀ ਧਿਆਨ ਦੇਣ ਵਾਲੀ ਸਾਡੇ ਵਾਸਤੇ ਲੋੜ ਹੈ ਕਿ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਪੁਰਸ਼ਾਰਥ ਲਫ਼ਜ਼ ਸਾਡੇ ਵਾਸਤੇ ਨਹੀਂ ਵਰਤਿਆ, ਜਿਹੜਾ ਆਪਣੇ ਆਪ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ। ਉਹ ਸਗੋਂ ਉਹਨਾਂ ਨੇ 4 ਪਦਾਰਥ ਕਿਹਾ ਹੈ, ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਤੇ ਕਿਤੇ ਕਿਤੇ ਉਹਨਾਂ ਨੇ ਚਾਰਾਂ ਦਾ ਜ਼ਿਕਰ ਵੀ ਕੀਤਾ ਹੈ ਬਾਣੀ ਦੇ ਵਿੱਚ। ਧਰਮ, ਅਰਥ, ਕਾਮ, ਮੋਖ ਇਕੱਠੇ ਵਰਤ ਕੇ ਸਾਨੂੰ ਗੱਲ ਸਮਝਾਈ ਵੀ ਹੈ। ਪਰ ਸਤਿਗੁਰੂ ਜੀ ਨੇ ਪਦਾਰਥ ਸ਼ਬਦ ਵਰਤਨ ਦਾ ਵੀ ਜੇ ਥੋੜਾ ਜਿਹਾ ਗੌਰ ਕਰੀਏ ਤਾਂ ਇਹਦਾ ਕੁਝ ਇੱਕ ਵਿਸ਼ੇਸ਼ ਕਾਰਨ ਲੱਗਦਾ ਹੈ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਪਦਾਰਥ ਲਫ਼ਜ਼ ਨੂੰ ਜਿਨ੍ਹਾਂ ਅਰਥਾਂ ਵਿੱਚ ਵਰਤਿਆ ਹੈ ਉਹ ਉੱਤਮ ਦਾਤਾਂ, ਉੱਤਮ ਪਦਾਰਥਾਂ ਦੇ ਅਰਥ ਵਿੱਚ ਵਰਤਿਆ ਹੈ ਹਰ ਥਾਂ ਦੇ ਉੱਤੇ। ਮੈਂ ਕੁਝ ਕੁ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਹਾਂ। ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ, ਇਹ ਪੰਨਾ 18 ਤੇ ਸਤਿਗੁਰੂ ਜੀ ਨੇ ਵਰਤਿਆ ਹੈ। ਤੇ ਪੰਨਾ 22 ਤੇ ਸਤਿਗੁਰੂ ਜੀ ਕੀ ਕਹਿ ਰਹੇ ਹਨ ਕਿ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ। ਤੋ ਇੱਥੇ ਨਾਮ ਦੀ ਗੱਲ ਕਰਦੇ ਆ, ਉਹਨਾਂ ਨੇ ਉਸ ਨੂੰ ਰਤਨ ਪਦਾਰਥ ਕਿਹਾ ਹੈ। ਇਸੇ ਤਰ੍ਹਾਂ ਹੀ ਇਸ ਜਨਮ ਨੂੰ ਵੀ ਇੱਕ ਕੀਮਤੀ ਦਾਤ ਕਹਿ ਕੇ ਉਹ ਕਹਿ ਰਹੇ ਹਨ ਕਿ ਇਹ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤਾ ਲਿਵ ਲਾਏ। ਤੋ ਇਸੇ ਤਰ੍ਹਾਂ ਹੀ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ, ਇਹ ਪੰਨਾ 34 ਤੇ ਦਰਜ ਹੈ। ਤੋ ਪੰਨਾ 35 ਤੇ ਆਪ ਫਰਮਾ ਰਹੇ ਹਨ ਕਿ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ। ਤੇ ਫਿਰ ਇਸੇ ਤਰ੍ਹਾਂ ਹੀ ਆਪ ਜੀ ਨੇ ਅੱਗੋਂ ਹੋਰ ਵਰਤੋਂ ਕੀਤੀ ਹੈ, ਮੁਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ, ਇਹ ਪੰਨਾ 59 ਤੇ ਹੈ। ਤੇ 60 ਤੇ ਆਪ ਫਰਮਾ ਰਹੇ ਹਨ ਕਿ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਝੀ ਹੋਏ। ਤੇ ਫਿਰ ਪੰਨਾ 61 ਤੇ ਆਪ ਫਰਮਾ ਰਹੇ ਹਨ ਕਿ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ। ਤੋ ਇਹ ਇਸ ਤੋਂ ਅੱਗੇ ਹੋਰ ਵੀ ਥਾਵਾਂ ਦੇ ਉੱਤੇ ਮੈਂ ਬਹੁਤ ਵਿਸਤਾਰ ਜਾਣ ਦਾ ਸਮਾਂ ਨਹੀਂ ਹੈ ਇੱਥੇ, ਕਿ ਕਿਤੇ ਕਿਤੇ ਆਪ ਜੀ ਨੇ ਅਟਲ ਪਦਾਰਥ, ਅਮਰ ਪਦਾਰਥ, ਮਹਾ ਪਦਾਰਥ, ਅਨੂਪ ਪਦਾਰਥ, ਪਰਮ ਪਦਾਰਥ ਤੇ ਗੁਰ ਕੈ ਬਚਨ ਪਦਾਰਥ, ਇਸ ਤਰ੍ਹਾਂ ਇਹ ਸ਼ਬਦ ਵਰਤੇ ਹਨ। ਤਾਂ ਇਹਨਾਂ ਸਾਰੀ ਚਰਚਾ ਤੋਂ ਇਹ ਗੱਲ ਸਪਸ਼ਟ ਹੋ ਸਕਦੀ ਹੈ ਕਿ ਪਦਾਰਥ ਦਾ ਅਰਥ ਕਿਤੇ ਵਸਤੂ ਦੀ ਸੈਂਸ ਵਿੱਚ ਲਿਆ ਹੈ, ਕਿਤੇ ਉੱਤਮ ਤੇ ਕੀਮਤੀ ਵਸਤੂ ਦੀ ਸੈਂਸ ਵਿੱਚ ਲਿਆ ਹੈ, ਜਾਂ ਪ੍ਰਭੂ ਜੀ ਦੀ, ਗੁਰੂ ਜੀ ਦੀ ਉੱਤਮ ਦਾਤ ਤੇ ਬਖਸ਼ਿਸ਼ ਵਾਸਤੇ ਵਰਤਿਆ ਹੈ। ਤੇ ਸਤਿਗੁਰੂ ਜੀ ਦੀ ਜਦੋਂ ਉਹਨਾਂ ਨੇ 4 ਪਦਾਰਥ ਵਰਤਿਆ ਹੈ ਸ਼ਬਦ, ਤਾਂ ਇਹਦੇ ਪਿੱਛੇ ਰਮਜ਼ ਇਹ ਹੈ ਕਿ ਇਹ ਵਸਤਾਂ ਨੂੰ ਅਸੀਂ ਭਾਵੇਂ ਵੱਧ ਤੋਂ ਵੱਧ ਉੱਤਮ ਦਾਤਾਂ ਦੇ ਬਰਾਬਰ ਤਾਂ ਮੰਨ ਲਈਏ, ਪਰ ਇਹ ਸਾਡੇ ਜੀਵਨ ਦਾ ਮਨੋਰਥ, ਪੁਰਸ਼ਾਰਥ, ਟੀਚਾ ਆਦਿਕ ਇਹ ਨਹੀਂ ਹੋ ਸਕਦਾ। ਜੇ ਜੀਵਨ ਦਾ ਪੁਰਸ਼ਾਰਥ ਨਹੀਂ ਹੈ ਤਾਂ ਫਿਰ ਇੱਥੇ ਅਰਥ ਦੇ ਸਿੱਖ ਧਰਮ ਦੇ ਵਿੱਚ, ਗੁਰਮਤਿ ਵਿਚਾਰਧਾਰਾ ਵਿੱਚ ਬਿਲਕੁਲ ਫਰਕ ਹੋ ਗਏ। ਤੋ ਇੱਥੇ ਇੱਕ ਹੋਰ ਗੱਲ ਧਿਆਨ ਦੇਣ ਯੋਗ ਹੈ ਕਿ ਸਤਿਗੁਰੂ ਜੀ ਨੇ ਧਰਮ, ਅਰਥ, ਕਾਮ, ਮੋਖ ਨਾਲ ਪਦਾਰਥ
ਇਹ ਇੰਡੀਵਿਜੂਅਲ ਵਰਤ ਕੇ ਨਹੀਂ ਵਰਤਿਆ ਵੀ ਧਰਮ ਪਦਾਰਥ ਜਾਂ ਅਰਥ ਪਦਾਰਥ ਜਾਂ ਕਾਮ ਪਦਾਰਥ ਜਾਂ ਮੋਖ ਪਦਾਰਥ ਨਹੀਂ ਵਰਤਿਆ। ਤਾਂ ਇਸ ਦਾ ਇੱਕ ਇਹ ਵੀ ਅਰਥ ਨਿਕਲਦਾ ਹੈ ਕਿ ਇਹਨਾਂ ਵਿੱਚੋਂ ਕਿਸੇ ਨੂੰ ਵੀ ਕੀਮਤੀ ਵਸਤੂ ਜਾਂ ਕੀਮਤੀ ਦਾਤ ਨਹੀਂ ਉਹਨਾਂ ਨੇ ਦਰਜਾ ਦਿੱਤਾ, ਸਗੋਂ ਉਹਨਾਂ ਨੇ 4 ਪਦਾਰਥ ਵਰਤਿਆ ਹੈ। ਤਾਂ ਫਿਰ ਇਹਦਾ ਕੀ ਮਤਲਬ ਹੋ ਗਿਆ ਕਿ ਇਸ ਨੂੰ ਸ਼ਾਇਦ ਸਤਿਗੁਰੂ ਜੀ ਸਿਰਫ ਇੱਕ ਮੁਹਾਵਰੇ, ਆਪਣੀ ਸ਼ਬਦਾਵਲੀ ਉਸ ਸਨਾਤਨ ਮਤ ਦੇ ਵਿਅਕਤੀਆਂ ਦੇ ਨਾਲ ਕਮਿਊਨੀਕੇਟ ਕਰਨ ਲਈ ਇਸ ਸ਼ਬਦਾਵਲੀ ਨੂੰ ਉਹਨਾਂ ਨੇ ਵਰਤਿਆ ਹੈ ਤਾਂ ਕਿ ਆਪਣੀ ਗੱਲ ਉਹ ਸਮਝਾ ਸਕਣ। ਪਰ ਉਹ ਗੱਲ ਇਹਨਾਂ ਦੀ ਕਿਤੇ ਵੀ ਡਿਟੇਲ ਵਿੱਚ ਨਹੀਂ ਕਰਦੇ, ਵਿਆਖਿਆ ਨਹੀਂ ਕਰਦੇ। ਪੂਰੇ ਬਾਣੀ ਦੇ ਵਿੱਚ ਇਹ ਇੰਡੀਵਿਜੂਅਲੀ ਧਰਮ, ਅਰਥ, ਕਾਮ, ਮੋਖ ਦੀ ਇਹਨਾਂ ਦੇ ਬਾਰੇ ਕੋਈ ਸ਼ਬਦ ਉਚਾਰਿਆ ਹੋਵੇ ਜਾਂ 4 ਪਦਾਰਥਾਂ ਦੀ ਵਿਆਖਿਆ ਕਰਨ ਲਈ ਕੋਈ ਸ਼ਬਦ ਉਚਾਰਿਆ ਹੋਵੇ, ਉਹ ਘੱਟੋ ਘੱਟ ਦਾਸ ਦੀ ਨਜ਼ਰੀ ਤਾਂ ਨਹੀਂ ਪਿਆ। ਤੋ ਇਸ ਤੋਂ ਇਹ ਨਤੀਜੇ ਤੇ ਪਹੁੰਚਦੇ ਹਾਂ ਕਿ ਇਹ ਜੋ 4 ਪਦਾਰਥ ਜਿਹੜੇ ਹਨ, ਉਹ ਸਤਿਗੁਰੂ ਜੀ ਇਸ ਨੂੰ ਜੋ ਆਪ ਪੰਨਾ ਜਿਵੇਂ 114 ਤੇ ਫਰਮਾਉਂਦੇ ਹਨ, ਤੋ ਉਹਦੇ ਵਿੱਚ ਉਹਨਾਂ ਨੇ ਇਹਦਾ ਜ਼ਿਕਰ ਕੀਤਾ ਹੈ, ਉਹ ਧਿਆਨ ਦੇਣ ਦੇ ਯੋਗ ਹੈ। ਤੋ ਜੇ ਹੋ ਸਕੇ ਤਾਂ ਵੀਰ ਜੀ ਡਿਸਪਲੇ ਕਰ ਦਿਓ ਜੀ। ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਰਾਮ ਭਗਤ ਗੁਰ ਸੇਵਾ ਤਰਣਾ, ਬਹੁੜ ਜਨਮ ਨਾ ਹੋਏ ਹੈ ਮਰਨਾ। ਇਹ ਸ਼ਬਦ ਦਾ ਮੁੱਖ ਭਾਵ ਹੈ ਇੱਥੇ। ਤੋ ਇਹ ਸ਼ਬਦ ਆਪਾਂ ਸਾਰੇ ਜੋ ਸੰਸਾਰ ਦੀ ਉਤਪਤੀ ਦੇ ਸੰਬੰਧ ਦੇ ਵਿੱਚ ਅਸੀਂ ਇਹ ਸ਼ਬਦ ਜੋ ਹੈ ਉਹ ਬਾਰ-ਬਾਰ ਅਸੀਂ ਕੋਟ ਵੀ ਕਰਦੇ ਹਾਂ ਕਿ ਇੱਥੇ ਸਤਿਗੁਰੂ ਜੀ ਫਰਮਾ ਰਹੇ ਹਨ ਅਗਲੀ ਪੌੜੀ ਦੇ ਵਿੱਚ ਕਿ 4 ਪਦਾਰਥ ਕਹੈ ਸਭ ਕੋਈ, ਸਿਮਰਤ ਸ਼ਾਸਤ ਪੰਡਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਤੋ ਇਹ ਜੋ ਸ਼ਬਦ ਹੈ ਇਹਦੇ ਵਿੱਚ ਅਸੀਂ ਇਸ ਚੀਜ਼ ਨੂੰ ਸਪਸ਼ਟ ਕਰਦੇ ਹਨ ਸਤਿਗੁਰੂ ਜੀ ਕਿ ਇਹਦੀਆਂ ਗੱਲਾਂ ਤਾਂ ਸਾਰੇ ਕਰਦੇ ਹਨ, ਕਹੈ ਸਭ ਕੋਈ, ਸਿਮਰਤੀਆਂ ਵੀ ਕਰ ਰਹੀਆਂ ਹਨ, ਸ਼ਾਸਤਰ ਵੀ ਕਰ ਰਹੇ ਹਨ ਤੇ ਪੰਡਤ ਵੀ ਹਰ ਵੇਲੇ ਸਾਨੂੰ ਇਹਨਾਂ ਦੀ ਪ੍ਰਾਪਤੀ ਦੇ ਵਾਸਤੇ ਮੋਟੀਵੇਟ ਕਰਦੇ ਰਹਿੰਦੇ ਹਨ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਤੋ ਅੰਤਮ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਉਸ ਪਦਾਰਥ ਦੀ ਗੱਲ ਕੀਤੀ ਹੈ ਜਿਸ ਦੀ ਪ੍ਰਾਪਤੀ ਭਗਤ ਹਰ ਪਾਇਆ। ਉਸ ਹਰੀ ਦੀ ਭਗਤੀ ਦੀ ਉੱਤਮਤਾ, ਸਭ ਤੋਂ ਸਰਵ ਉੱਤਮ ਹੋਣ ਦਾ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਤੋ ਇੱਥੇ ਸਤਿਗੁਰੂ ਜੀ ਜ਼ਿਕਰ ਇਹ ਬੜਾ ਸਪਸ਼ਟ ਹੋ ਜਾਂਦਾ ਹੈ ਇਸ ਜਿਹੜਾ ਪਦਾ ਹੈ ਇਸ ਤੋਂ ਕਿ 4 ਪਦਾਰਥਾਂ ਦਾ ਦਰਜਾ ਤੇ ਉਹਨਾਂ ਨੇ ਕਹਿਤਾ ਇਹ ਤੇ ਗੱਲਾਂ ਕਰਨ ਵਾਲੀਆਂ ਹਨ ਜਿਹੜੇ ਸਾਰੇ ਕਹੀ ਜਾਂਦੇ ਹਨ, ਸਿਮਰਤੀਆਂ ਵੀ ਕਰਦੀਆਂ ਹਨ, ਸ਼ਾਸਤਰ ਵੀ ਕਰਦੇ ਹਨ, ਪੰਡਤ ਵੀ ਕਰਦੇ ਹਨ, ਪਰ ਅਸਲ ਜਿਹੜੀ ਗੱਲ ਹੈ, ਅਸਲ ਕੀਮਤੀ ਪਦਾਰਥ ਜੋ ਸਾਨੂੰ ਪ੍ਰਾਪਤ ਹੋਣ ਵਾਲਾ ਹੈ ਉਹ ਭਗਤ ਹਰ ਪਾਇਆ, ਹਰੀ ਦੀ ਭਗਤੀ ਦੇ ਨਾਲ ਮਿਲਣਾ ਹੈ। ਤੋ ਇੱਥੇ ਸਿਰਫ ਸਾਨੂੰ ਇੱਕ ਗੱਲ ਸਪਸ਼ਟ ਕਰਨ ਵਾਲੀ ਹੈ ਕਿ ਸਤਿਗੁਰੂ ਜੀ ਨੇ 4 ਪਦਾਰਥਾਂ ਦਾ ਦਰਜਾ ਜਿਹੜਾ ਅੰਤਮ ਪੰਕਤੀ ਦੇ ਵਿੱਚ ਸ਼ਬਦ ਵਰਤਿਆ ਹੈ, ਮੁਕਤ ਪਦਾਰਥ ਭਗਤ ਹਰ ਪਾਇਆ, ਉਹਦੇ ਸਾਹਮਣੇ ਗੌਣ ਦਰਜਾ ਸਤਿਗੁਰੂ ਜੀ ਨੇ 4 ਪਦਾਰਥਾਂ ਦਾ ਰੱਖਿਆ ਹੈ। ਇਹਦੇ ਸਾਹਮਣੇ ਉਸ ਨੂੰ ਛੋਟਾ ਕਰਕੇ ਰੱਖਿਆ ਹੈ। ਉੱਚਾ ਦਰਜਾ ਪ੍ਰਭੂ ਦੀ ਪ੍ਰੇਮਾ ਭਗਤੀ ਦਾ ਹੈ ਜਿਸ ਤੋਂ ਸਭ ਕੁਝ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇਹ ਸਾਡੇ ਗੁਰਮਤਿ ਵਿਚਾਰਧਾਰਾ ਦੇ ਵਿੱਚ 4 ਪਦਾਰਥਾਂ ਦਾ ਸਥਾਨ ਹੈ। ਇਹੀ ਕਾਰਨ ਹੈ ਕਿ ਜਦੋਂ ਸਾਡੇ ਸੋ ਕਾਲਡ ਵਿਦਵਾਨ ਵਿਆਖਿਆਕਾਰ ਸੰਗਤ ਦੇ ਵਿੱਚ ਬੈਠ ਕੇ 4 ਪਦਾਰਥਾਂ ਦੀ ਵਿਆਖਿਆ ਕਰਦੇ ਹਨ ਤੇ ਉਹ ਫਿਰ ਇਸੇ ਪੰਕਤੀ ਦੀ ਅਵਸਥਾ ਤੇ ਹੀ ਪਹੁੰਚ ਜਾਂਦੇ ਹਨ ਕਿ ਸਿਮਰਤ ਸ਼ਾਸਤ ਪੰਡਤ ਮੁਖ ਸੋਈ। ਉਹ ਉਹਨਾਂ ਦੀ ਹੀ ਸ਼ਰਨ ਦੇ ਵਿੱਚ ਪਹੁੰਚ ਜਾਂਦੇ ਹਨ, ਉਹਨਾਂ ਦੇ ਹੀ ਅਰਥ ਲੈਂਦੇ ਹਨ, ਉਹੀ ਉਹਨਾਂ ਦੇ ਸਿਧਾਂਤਾਂ ਅਨੁਸਾਰ ਸਾਨੂੰ ਸਮਝਾਉਂਦੇ ਹਨ। ਤੇ ਸਾਨੂੰ ਇਹ ਉਸ ਵੇਲੇ ਮਹਿਸੂਸ ਜ਼ਰੂਰ ਹੁੰਦਾ ਹੈ ਕਿਉਂਕਿ ਉਹ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਲੈ ਲੈ ਕੇ ਸਾਨੂੰ ਸਮਝਾਉਂਦੇ ਹਨ ਤੇ ਸਾਨੂੰ ਇਹ ਪ੍ਰਭਾਵ ਜਾਂਦਾ ਹੈ ਕਿ ਸ਼ਾਇਦ ਇਹ ਇੱਕ ਮੁੱਖ ਗੁਰਮਤਿ ਦਾ ਹੀ ਸਿਧਾਂਤ ਹੈ। ਤੋ ਇਹ ਜੋ ਅਵਸਥਾ ਹੈ ਇਸ ਤੋਂ ਸਾਨੂੰ ਪੂਰਾ ਸਪਸ਼ਟ ਹੋ ਜਾਂਦਾ ਹੈ ਕਿ 4 ਪਦਾਰਥ ਜਿਹੜੇ ਹਨ ਇਹ ਗੁਰਮਤਿ ਦਾ ਕੋਈ ਐਸਾ ਸਿਧਾਂਤ ਨਹੀਂ ਜੋ ਸਾਡੇ ਮੁੱਖ ਸਿਧਾਂਤਾਂ ਦੇ ਵਿੱਚੋਂ ਹੋਵੇ, ਬਲਕਿ ਸਤਿਗੁਰੂ ਜੀ ਨੇ ਇਹ ਜੋ ਵਰਤਿਆ ਹੈ ਇਹ ਸਾਨੂੰ ਸਮਝਾਉਣ ਲਈ ਵਰਤਿਆ ਹੈ, ਜਿਹਦਾ ਅਰਥ ਅਸੀਂ ਲੈ ਸਕਦੇ ਹਾਂ ਕਿ 4 ਪਦਾਰਥ ਭਾਵ ਇਸ ਸੰਸਾਰ ਦੇ ਸਾਰੇ ਪਦਾਰਥਾਂ ਦੀ ਜੋ ਅਸੀਂ ਪ੍ਰਾਪਤੀ ਕਰਨੀ ਹੁੰਦੀ ਹੈ ਉਹ ਵੀ ਜਿਹੜਾ ਹੈ ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਇਸੇ ਤਰ੍ਹਾਂ ਹੀ ਉਹ ਪ੍ਰਾਪਤ ਹੁੰਦੇ ਹਨ। ਹੁਣ 4 ਪਦਾਰਥਾਂ ਦਾ ਸਥਾਨ ਕੀ ਹੈ? ਸਤਿਗੁਰੂ ਜੀ ਇੱਕ ਜਗ੍ਹਾ ਤੇ ਫਰਮਾਉਂਦੇ ਹਨ ਕਿ 4 ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ
घर वासा पाया, एक विसारे तां पिड़ हारे, अंधले नाम विसारा है। तो भाव यह है कि मनुख आया ते चार पदार्थ भाव बेअंत दातां लैके अकाल पुरख की बख्शिश लैके इस जग दे विच आया, पर आके उन्हें कीता कि शिव शक्ति घर वासा पाया। वो माया शिव शक्ति भाव वो जो शक्ति जिहड़ी संसार नूं चला रही है, माया भाव जिहड़ी इत्थे वरत रही है, तो ਉਹਦੇ ਵਿੱਚ ਹੀ ਖਚਤ ਹੋ ਗਿਆ। ਤੇ ਚਾਰ ਪਦਾਰਥ ਲੈਣ ਤੋਂ ਬਾਅਦ ਵੀ ਉਹਦੀ ਅਵਸਥਾ ਕੀ ਬਣੀ ਕਿ ਏਕ ਵਿਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ। तो इत्थों स्पष्ट हो जाता है कि साडा सिद्धांत नहीं है, गुरमत का सिद्धांत नहीं है। ये जो सिद्धांत है ये केवल ये चीज़ जिहड़ी है ये एक कन्वरसेशन दे विच वोकैबुलरी दे विच मुहावरे दे तौर ते सतगुरु जी ने वरती है, ये साडा सिद्धांत नहीं है। एक होर जो शब्द है सुखमनी साहिब दे विचों जिसनों बार-बार साडे रागी गाउंदे भी हन ते सानू बार-बार प्रमाण दे तौर ते भी सुनाया जाता है कि चार पदार्थ जेको मांगै साध जना की सेवा लागै। तो ਇਹਦੇ अर्थ ही बनते हैं कि जे किसी ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਚਾਹੀਦੀ ਹੋਵੇ ਤਾਂ ਸਤਿਗੁਰੂ ਜੀ ਸਾਨੂੰ ਕਹਿ ਰਹੇ ਹਨ ਕਿ ਸਾਧ ਜਨਾਂ ਦੀ ਸੇਵਾ ਦੇ ਵਿੱਚ ਲੱਗੋ, ਸਤ ਸੰਗਤ ਦੇ ਵਿੱਚ ਜਾਓ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ। ਤੇ ਉਹ ਹਰੀ ਦੇ ਨਾਮ ਨਾਲ ਜੁੜਨ ਲਈ ਕਹਿ ਰਹੇ ਹਨ। ਫਿਰ ਕਹਿੰਦੇ ਹਨ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਛੋੜੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸ਼ਰਨੀ ਪਰੈ। ਹੁਣ ਇਹ ਜੋ ਸਾਡੀਆਂ ਮੰਗਾਂ ਹੁੰਦੀਆਂ ਹਨ ਆਮ ਤੌਰ ਦੇ ਉੱਤੇ ਸਾਡੀ ਅਵਸਥਾ ਇਹਨਾਂ ਮੰਗਾਂ ਨੂੰ ਪੂਰੇ ਕਰਨ ਵਾਲੀ ਹੁੰਦੀ ਹੈ। ਤਾਂ ਸਤਿਗੁਰੂ ਜੀ ਸਾਨੂੰ ਉਹਨਾਂ ਨੂੰ ਆਧਾਰ ਬਣਾ ਕੇ ਸਤ ਸੰਗਤ ਦੇ ਵਿੱਚ ਜਾਣ ਦੀ, ਨਾਮ ਦੇ ਨਾਲ ਜੁੜਨ ਦੀ ਪ੍ਰੇਰਨਾ ਕਰ ਰਹੇ ਹਨ। ਪਰ ਇਹਦਾ ਅਰਥ ਇਹ ਨਹੀਂ ਹੈ ਕਿ ਇਹ ਜੋ ਅਸੀਂ ਚਾਰ ਪਦਾਰਥ ਜਾਂ ਇਹਨਾਂ ਚੀਜ਼ਾਂ ਦੇ ਨਾਲ ਜੁੜ ਕੇ ਹੀ, ਅਸਲ ਦੇ ਵਿੱਚ ਤਾਂ ਮੰਤਵ ਇਹ ਹੈ ਕਿ ਚਲੋ ਸ਼ਾਇਦ ਸਤਿਗੁਰੂ ਇਹ ਚਾਹੁੰਦੇ ਹਨ ਕਿ ਅਸੀਂ ਇਸੇ ਤਰ੍ਹਾਂ ਹੀ ਨਾਮ ਦੇ ਨਾਲ ਜੁੜੀਏ, ਸਾਧ ਸੰਗਤ ਦੇ ਵਿੱਚ ਜਾਈਏ। ਅੰਤ ਦੇ ਵਿੱਚ ਸਤਿਗੁਰੂ ਜੀ ਸਪਸ਼ਟ ਕਰਦੇ ਹਨ ਕਿ ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਵਿਆਸਾ। ਉਹ ਮੰਗਾਂ ਨੂੰ ਲੈ ਕੇ ਗੁਰੂ ਦੇ ਕੋਲ ਜਾਣ ਨੂੰ, ਸਤ ਸੰਗਤ ਦੇ ਵਿੱਚ ਜਾਣ ਦੀ ਅਵਸਥਾ ਇੱਕ ਪਾਸੇ ਹੈ, ਪਰ ਅਸਲ ਉੱਚੀ ਅਵਸਥਾ ਜਿਹਦੇ ਉੱਤੇ ਸਤਿਗੁਰੂ ਕਹਿ ਰਹੇ ਹਨ ਕਿ ਬਲ ਬਲ ਜਾਸਾ, ਤਾਂ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਭਾਵ ਜਦੋਂ ਉਸ ਪ੍ਰਭੂ ਦੀ ਪ੍ਰੇਮਾ ਭਗਤੀ ਦੀ ਅਵਸਥਾ ਦੇ ਉੱਤੇ ਅਸੀਂ ਪਹੁੰਚ ਜਾਈਏ, ਜਦੋਂ ਮਨ ਦੇ ਵਿੱਚ ਪ੍ਰਭੂ ਦੇ ਦਰਸ ਦੀ ਪਿਆਸ ਹੋ ਜਾਵੇ, ਤੇ ਫਿਰ ਉਹ ਸਭ ਤੋਂ ਉੱਤਮ ਅਵਸਥਾ ਹੈ ਜਿਹਦੇ ਬਾਰੇ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਫਰਮਾ ਰਹੇ ਹਨ ਕਿ ਬਲ ਬਲ ਜਾਸਾ। ਤੋ ਇੱਥੇ ਚਾਰ ਪਦਾਰਥ ਜਿਹੜੀ ਗੱਲ ਹੈ ਇਹਦੇ ਅਰਥ ਵੀ ਉਹਨਾਂ ਚਾਰ ਪਦਾਰਥਾਂ ਦੇ ਕਰਨੇ ਯੋਗ ਨਹੀਂ ਹਨ। ਇਹਦਾ ਅਰਥ ਇਹੀ ਯੋਗ ਬਣਦਾ ਹੈ ਕਿ ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਮੰਗ ਲੈ ਕੇ ਵੀ, ਜਿਹਦੇ ਮਨ ਦੇ ਵਿੱਚ ਮੰਗ ਵੀ ਹੋਵੇ, ਉਹ ਵੀ ਸਤ ਸੰਗਤ ਦੇ ਵਿੱਚ ਜਾਵੇ, ਉਹਦੀ ਸੇਵਾ ਕਰੇ, ਭਾਵ ਉਹਦੀ ਸਿੱਖਿਆ ਨੂੰ ਫੋਲੋ ਕਰੇ। ਪਰ ਅਸਲ ਅਵਸਥਾ ਜਿਹੜੀ ਅਸੀਂ ਪ੍ਰਾਪਤ ਕਰਨੀ ਹੈ ਉਹ ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਗੁੰਝਲਦਾਰ ਸਵਾਲ ਸੀ, ਪਰ ਵੀਰ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਔਰ ਗੁਰਬਾਣੀ ਦੇ ਆਧਾਰਿਤ ਸਾਨੂੰ ਦੱਸਿਆ ਕਿ ਮੁਕਤ ਪਦਾਰਥ ਭਗਤ ਹਰ ਪਾਇਆ। ਅਸਲ ਕਿਹੜਾ ਪਦਾਰਥ ਹੈ ਤੇ ਚਾਰ ਪਦਾਰਥ ਕੀ ਨੇ। ਔਰ ਇਹ ਵੀ ਬੜੀ ਨੋਟ ਕਰਨ ਵਾਲੀ ਗੱਲ ਜਿਹੜੀ ਵੀਰ ਜੀ ਨੇ ਦੱਸੀ ਹੈ ਕਿ ਗੁਰੂ ਮਹਾਰਾਜ ਨੇ ਆਪਣੇ ਪ੍ਰਚਾਰ ਫੇਰਿਆਂ ਦੇ ਦੌਰਾਨ ਜਿਹੜੇ ਸਰੋਤੇ ਸਨ ਉਹਨਾਂ ਦੀ ਭਾਸ਼ਾ ਜਾਂ ਉਹਨਾਂ ਦੇ ਪ੍ਰਚਲਿਤ ਮੁਹਾਵਰੇ ਉਹ ਗੁਰਬਾਣੀ ਵਿੱਚ ਉਹਨਾਂ ਨੇ ਵਰਤੇ, ਉਹਨਾਂ ਨੂੰ ਸਮਝਾਉਣ ਲਈ। ਇੱਕ ਬਹੁਤ ਵਧੀਆ ਜਿਹੜਾ ਪ੍ਰਚਾਰਕ ਹੈ, ਮਤਲਬ ਜੇ ਗੁਰੂ ਸਾਹਿਬ ਬਾਰੇ ਤੇ ਆਪਾਂ ਕੁਝ ਕਮੈਂਟ ਕਰ ਹੀ ਨਹੀਂ ਸਕਦੇ, ਉਹ ਤਾਂ ਆਪ ਵਾਹਿਗੁਰੂ ਸਨ। ਪਰ ਮੈਂ ਆਮ ਪ੍ਰਚਾਰਕ ਦੀ ਗੱਲ ਕਰਦਾ ਕਿ ਚੰਗੇ ਪ੍ਰਚਾਰਕ ਲਈ ਇਹ ਜ਼ਰੂਰੀ ਹੋਏਗਾ ਕਿ ਜਿਸ ਆਡੀਅנס ਨਾਲ ਉਹ ਗੱਲ ਕਰ ਰਿਹਾ ਉਹਦੇ ਲੈਵਲ ਦੀ ਗੱਲ ਔਰ ਉਹਦੀ ਭਾਸ਼ਾ ਜਿਹੜੀ ਉਹਨੂੰ ਸਮਝ ਆ ਜਾਏ, ਔਰ ਉਹਨਾਂ ਦੀਆਂ ਪ੍ਰਚਲਿਤ ਜਿਹੜੀਆਂ ਰਹੁ ਰੀਤੀਆਂ ਜਾਂ ਹੋਰ ਗੱਲਾਂ ਨੇ ਉਹਨਾਂ ਦਾ ਅਗਰ ਰੈਫਰੈਂਸ ਦਿੱਤਾ ਜਾਏ ਤਾਂ ਆਡੀਅנס ਨੂੰ, ਸਰੋਤਿਆਂ ਨੂੰ ਉਹ ਗੱਲ ਜਿਹੜੀ ਹੈ ਸਪਸ਼ਟ ਹੋ ਜਾਂਦੀ ਹੈ, ਜਿਹੜੀ ਬਾਕਮਾਲ ਗੁਰਬਾਣੀ ਵਿੱਚ ਹੈ। ਔਰ ਵੀਰ ਜੀ ਪ੍ਰਭ ਕੀਰਤਨ ਸਿੰਘ ਜਾਬੀ ਦਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਬਹੁਤ ਹੀ ਵਿਸਥਾਰ ਸਹਿਤ ਦੱਸਿਆ। ਔਰ ਮੈਂ ਆਸ ਕਰਦਾ ਜਿਨ੍ਹਾਂ ਦਾ ਇਹ ਸਵਾਲ ਹੈ ਉਹਨਾਂ ਨੂੰ ਇਹਦਾ ਉੱਤਰ ਬਾਖੂਬੀ ਮਿਲ ਗਿਆ।